ਤਾਂ ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖ ਪੱਟੀਵਾਲ। ਤਾਂ ਦੇਸ਼ ਦੀ ਮੋਦੀ ਸਰਕਾਰ ਆਪਣੇ ਫੈਸਲਿਆਂ ਨੂੰ ਲੈ ਕੇ ਲਗਾਤਾਰ ਹੀ ਚਰਚਾ ਦੇ ਵਿੱਚ ਰਹੀ ਆ। ਤਾਂ ਹੁਣ ਕਈ ਵੱਡੇ ਫੈਸਲੇ ਬੀਤੇ ਸਮਿਆਂ ਦੌਰਾਨ ਮੋਦੀ ਸਰਕਾਰ ਦੇ ਵੱਲੋਂ ਲਏ ਗਏ ਨੇ। ਤਾਂ ਹੁਣ ਇੱਕ ਨਵਾਂ ਹੋਰ ਫੈਸਲਾ ਵੀ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ, ਜਿਸ ਦੇ ਸੰਕੇਤ ਵੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦੇ ਦਿੱਤੇ ਗਏ ਨੇ। ਤਾਂ ਤੁਹਾਡੇ ਯਾਦ ਹੋਣਾ ਬੀਤੇ ਸਮੇਂ ਦੌਰਾਨ ਕਈ ਵੱਡੇ ਫੈਸਲੇ ਨੇ, ਜਿਨ੍ਹਾਂ ਦੇ ਵਿੱਚ CAA ਸਮੇਤ ਕਈ ਅਹਿਮ ਫੈਸਲੇ ਸੀ, ਜਿਨ੍ਹਾਂ ਦਾ ਕਈ ਵਾਰ ਜਦੋਂ ਸਰਕਾਰ ਦੇ ਵੱਲੋਂ ਫੈਸਲੇ ਲਏ ਜਾਂਦੇ ਨੇ ਤਾਂ ਵਿਰੋਧ ਵੀ ਦੇਖਣ ਨੂੰ ਮਿਲਿਆ, ਪਰ ਉਸ ਤੋਂ ਬਾਅਦ ਵੀ ਆਪਣੇ ਫੈਸਲਿਆਂ ਤੇ ਸਰਕਾਰ ਅੜੀ ਰਹੀ ਆ ਤੇ ਉਹਨਾਂ ਫੈਸਲਿਆਂ ਨੂੰ ਲਾਗੂ ਵੀ ਕਰਵਾਉਣ ਦੇ ਵਿੱਚ ਕਾਮਯਾਬ ਹੋਈ ਆ। ਤਾਂ ਇਸੇ ਤਰ੍ਹਾਂ ਹੀ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਤਾਂ ਰਾਮ ਮੰਦਿਰ CAA ਇਹ 3 ਤਲਾਕ ਤੇ ਧਾਰਾ 370 ਤੋਂ ਬਾਅਦ ਹੁਣ ਸਾਂਝੀ ਸਿਵਲ ਕੋਡ ਦੀ ਵਾਰੀ ਵੀ ਆ ਸਕਦੀ ਆ। ਇੱਕ ਵੱਡਾ ਫੈਸਲਾ ਇਸ ਬਾਬਤ ਵੀ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਜਾ ਸਕਦਾ ਹੈ, ਜਿਸ ਦੇ ਸੰਕੇਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦੇ ਦਿੱਤੇ ਗਏ ਨੇ। ਤਾਂ ਦਰਅਸਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਭੋਪਾਲ ਫੇਰੀ ਤੇ ਪਹੁੰਚੇ ਸੀ। ਤਾਂ ਭੋਪਾਲ ਫੇਰੀ ਦੌਰਾਨ ਉਹਨਾਂ ਦੇ ਵੱਲੋਂ ਸੰਕੇਤ ਦਿੱਤੇ ਗਏ ਨੇ। ਭਾਜਪਾ ਦੇ ਪਾਰਟੀ ਦਫ਼ਤਰ ਦੇ ਵਿੱਚ ਕੋਰ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਆ। ਤਾਂ ਮੀਟਿੰਗ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਨੇ CAA ਰਾਮ ਮੰਦਿਰ ਧਾਰਾ 370 ਅਤੇ 3 ਤਲਾਕ ਵਰਗੇ ਮੁੱਦਿਆਂ ਤੇ ਫੈਸਲਾ ਕੀਤਾ ਗਿਆ ਹੈ। ਹੁਣ ਵਾਰੀ ਹੈ ਕਾਮਨ ਸਿਵਲ ਕੋਡ ਦੀ। ਕਾਮਨ ਸਿਵਲ ਕੋਡ ਦੀ ਵਾਰੀ ਆ। ਇਹ ਸੰਕੇਤ ਦਿੱਤੇ ਗਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ। ਤਾਂ ਦਰਅਸਲ ਜਿਹੜਾ ਹੁਣ ਇਹ ਨਵਾਂ ਫੈਸਲਾ ਸਰਕਾਰ ਦੇ ਲੈ ਸਕਦੀ ਆ ਸਰਕਾਰ, ਕਿਉਂਕਿ ਸਮੇਂ-ਸਮੇਂ ਤੇ ਇਸ ਨੂੰ ਲੈ ਕੇ ਆਵਾਜ਼ ਹੈ ਜਿਹੜੀ ਉਹ ਵੀ ਉੱਠਦੀ ਰਹੀ ਆ। ਤਾਂ ਜੇ ਆਵਾਜ਼ ਦੀ ਗੱਲ ਕੀਤੀ ਜਾਵੇ, ਲਗਾਤਾਰ ਬੇਸ਼ੱਕ ਬਹੁਤ ਅਜਿਹੇ ਫੈਸਲੇ ਨੇ, ਬੇਸ਼ੱਕ CAA ਹੋਵੇ ਜਾਂ 370 ਵਾਲਾ ਮਾਮਲਾ ਹੋਵੇ, ਆਵਾਜ਼ਾਂ ਸਰਕਾਰ ਦੇ ਖਿਲਾਫ ਵੀ ਉੱਠੀਆਂ ਨੇ, ਪਰ ਸਾਰੀਆਂ ਆਵਾਜ਼ਾਂ ਨੂੰ ਨਕਾਰ ਕੇ ਇਹ ਜਿਹੜਾ ਸਰਕਾਰ ਦੇ ਵੱਲੋਂ ਆਪਣੇ ਫੈਸਲੇ ਲਾਗੂ ਕੀਤੇ ਗਏ ਨੇ। ਹਾਲਾਂਕਿ ਇੱਕ ਫੈਸਲਾ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਲਾਗੂ ਕੀਤਾ ਗਿਆ ਸੀ, ਪਰ ਉਸ ਦਾ ਜਿਸ ਢੰਗ ਦੇ ਨਾਲ ਵਿਰੋਧ ਹੋਇਆ, ਵਿਰੋਧ ਤੋਂ ਬਾਅਦ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਜ਼ਰੂਰ ਲੈਣਾ ਪਿਆ ਸੀ। ਬਾਕੀ ਜੇ ਜ਼ਿਆਦਾਤਰ ਫੈਸਲੇ ਦੇਖੇ ਜਾਣ ਤਾਂ ਫਿਰ ਉਹ ਸਰਕਾਰ ਦੇ ਵੱਲੋਂ ਆਪਣੇ ਫੈਸਲੇ ਨੇ ਜਿਹੜੇ ਉਹਨਾਂ ਤੇ ਹਰ ਹਾਲਤ ਦੇ ਵਿੱਚ ਮੋਹਰ ਲਗਾਈ ਗਈ ਆ। ਬੇਸ਼ੱਕ ਜਿੰਨਾ ਮਰਜ਼ੀ ਉਹਨਾਂ ਫੈਸਲਿਆਂ ਦਾ ਵਿਰੋਧ ਹੋਇਆ ਹੋਵੇ, ਪਰ ਸਰਕਾਰ ਦੇ ਵੱਲੋਂ ਵਿਰੋਧ ਨੂੰ ਨਕਾਰਿਆ ਗਿਆ, ਇੱਕ ਪਾਸੇ ਰੱਖਿਆ ਗਿਆ ਤੇ ਹਰ ਹਾਲਤ ਦੇ ਵਿੱਚ ਆਪਣੇ ਜਿਹੜੇ ਫੈਸਲੇ ਸੀ ਉਹ ਲਾਗੂ ਕੀਤੇ ਗਏ ਨੇ, ਜਿਸ ਦੇ ਚੱਲਦਿਆਂ ਹੀ ਹੁਣ ਇਹ ਸੰਕੇਤ ਮਿਲ ਰਹੇ ਨੇ ਕਿ ਇੱਕ ਨਵੇਂ ਫੈਸਲੇ ਤੇ ਮੋਹਰ ਲੱਗ ਸਕਦੀ ਆ। ਕਾਮਨ ਸਿਵਲ ਕੋਡ ਦੀ ਵਾਰੀ ਆ ਸਕਦੀ ਹੈ। ਕਾਮਨ ਸਿਵਲ ਕੋਡ ਹੁੰਦਾ ਕੀ ਆ ਉਹ ਵੀ ਤੁਹਾਨੂੰ ਸਮਝਾਵਾਂਗੇ। ਤਾਂ ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਇੱਕ ਪ੍ਰੋਜੈਕਟ ਨੂੰ ਸਾਂਝਾ ਪ੍ਰੋਜੈਕਟ ਆ ਜਿਹੜਾ ਉਸਦੇ ਵਜੋਂ ਇਹਨੂੰ ਲਿਆਂਦਾ ਜਾ ਸਕਦਾ ਹੈ, ਜਿਸ ਨੂੰ ਉਹ ਸਿੰਪਲ ਭਾਸ਼ਾ ਦੇ ਵਿੱਚ ਆਪਾਂ ਸਾਂਝਾ ਸਿਵਲ ਕੋਡ ਵੀ ਕਹਿ ਸਕਦੇ ਹਾਂ। ਤਾਂ ਕਿਹਾ ਜਾ ਰਿਹਾ ਕਿ ਇਸ ਦਾ ਖਰੜਾ ਜਿਹੜਾ ਉਹ ਤਿਆਰ ਹੋ ਚੁੱਕਿਆ ਹੈ। ਇਹ ਤੇ ਖਰੜਾ ਪੂਰੀ ਤਰ੍ਹਾਂ ਤਿਆਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲਾਗੂ ਵੀ ਕੀਤਾ ਜਾ ਸਕਦਾ ਹੈ। ਤਾਂ ਦੱਸ ਦਈਏ ਕਿ ਸੂਬੇ ਦੇ ਸੀਨੀਅਰ ਲੀਡਰਾਂ ਨੂੰ ਪੁੱਛਿਆ ਗਿਆ ਕਿ ਦੇਸ਼ ਦੇ ਵਿੱਚ ਸਭ ਠੀਕ ਠਾਕ ਆ। ਤਾਂ ਤੇ ਨਾਲ ਹੀ ਉਹਨਾਂ ਤੋਂ ਜਦੋਂ ਸਥਿਤੀ ਜਾਣੀ ਜਾਂਦੀ ਹੈ, ਗ੍ਰਹਿ ਮੰਤਰੀ ਦੇ ਵੱਲੋਂ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਕੀਤੀ ਗਈ ਸੀ, ਉਸ ਮੀਟਿੰਗ ਦੇ ਵਿੱਚ ਤੇ ਨਾਲ ਦੀ ਨਾਲ ਜਿਹੜਾ ਕਾਮਨ ਸਿਵਲ ਕੋਡ ਦੇ ਮੁੱਦੇ ਤੇ ਵੀ ਚਰਚਾ ਕੀਤੀ ਗਈ ਹੈ। ਖੁਲਾਸਾ ਕੀਤਾ ਗਿਆ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਜਿਹੜਾ ਦੱਸ ਦਈਏ ਕਿ ਕਾਂਗਰਸ ਤੇ ਵਰਦੇ ਨਜ਼ਰ ਆਏ ਨੇ। ਕਾਂਗਰਸ ਤੇ ਨਿਸ਼ਾਨੇ ਰਾਹੁਲ ਗਾਂਧੀ ਹੋਰਾਂ ਤੇ ਨਿਸ਼ਾਨੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਸਾਧੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਅਗਲੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਨੇ। ਇਸ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਕਾਂਗਰਸ ਦੇ ਅੱਗੇ ਜਿਹੜੀ ਕਾਂਗਰਸ ਹੁਣ ਲਗਾਤਾਰ ਹੇਠਾਂ ਡਿੱਗਦੀ ਜਾਵੇਗੀ, ਇਸ ਕਰਕੇ ਉਹਨਾਂ ਦੇ ਅੱਗੇ ਕੋਈ ਵੱਡੀਆਂ ਚੁਣੌਤੀਆਂ ਨਹੀਂ ਹੋਣਗੀਆਂ। ਤਾਂ ਇਹ ਹੁਣ ਗੱਲ ਕਰਦੇ ਹਾਂ ਕਾਮਨ ਸਿਵਲ ਕੋਡ ਦੀ। ਦਰਅਸਲ ਕਾਮਨ ਸਿਵਲ ਕੋਡ ਹੈ ਕੀ ਆ? ਤਾਂ ਇਸ ਦੇ ਦੱਸ ਦਈਏ ਕਿ ਇਸ ਦੇ ਨਾਲ ਜਿਹੜਾ ਲਾਗੂ ਹੋਣ ਦੇ ਨਾਲ, ਜੇ ਕਾਮਨ ਸਿਵਲ ਕੋਡ ਲਾਗੂ ਹੁੰਦਾ ਤਾਂ ਇਸ ਦੇ ਨਾਲ ਦੇਸ਼ ਦੇ ਵਿੱਚ ਵਿਆਹ, ਤਲਾਕ, ਗੋਦ ਲੈਣ ਵਰਗੇ, ਬੱਚਿਆਂ ਨੂੰ ਗੋਦ ਲੈਣੇ ਅਕਸਰ ਦੇਖਿਆ ਜਾਂਦਾ ਹੈ ਕਿ ਜਿਸ ਪਰਿਵਾਰ ਦੇ ਕੋਈ ਬੱਚਾ ਨਹੀਂ ਹੁੰਦਾ ਤਾਂ ਬੱਚੇ ਨੂੰ ਗੋਦ ਲੈ ਲਿਆ ਜਾਂਦਾ, ਆਪਣੇ ਕਿਸੇ ਰਿਸ਼ਤੇਦਾਰ ਦਾ ਬੱਚਾ ਗੋਦ ਲੈ ਲਿਆ ਜਾਂਦਾ ਜਾਂ ਫਿਰ ਕਿਸੇ ਸੰਸਥਾ ਦੇ ਵੱਲੋਂ ਬੱਚਾ ਗੋਦ ਲੈ ਲਿਆ ਜਾਂਦਾ ਹੈ। ਤਾਂ ਉਸ ਵਰਗੇ ਜਿਹੜੇ ਸਮਾਜਿਕ ਮੁੱਦੇ ਨੇ ਉਹਨਾਂ ਤੇ ਇੱਕ ਸਾਂਝੇ ਕਾਨੂੰਨ ਦੇ ਘੇਰੇ ਦੇ ਵਿੱਚ ਉਹ ਸਾਰੇ ਮੁੱਦੇ ਨੇ ਜਿਹੜੇ ਉਹ ਆ ਜਾਣਗੇ। ਧਰਮ ਦੇ ਆਧਾਰ ਤੇ ਜਾਂ ਕੋਈ ਅਦਾਲਤ ਜਾਂ ਵੱਖਰੀ ਪ੍ਰਣਾਲੀ ਨਹੀਂ ਹੋਵੇਗੀ। ਸੰਵਿਧਾਨ ਦੀ ਧਾਰਾ 44 ਇਸ ਨੂੰ ਬਣਾਉਣ ਦੇ ਵਿੱਚ ਜਿਹੜੀ ਸ਼ਕਤੀ ਆ ਉਹ ਦੇਵੇਗੀ ਕੇਂਦਰ ਸਰਕਾਰ। ਸੰਸਦ ਰਾਹੀਂ ਹੀ ਲਾਗੂ ਇਸ ਨੂੰ ਕਰੇਗੀ। ਤਾਂ ਸੂਬਾ ਸਰਕਾਰ ਦੀ
ਇਹ ਦੱਸ ਦਈਏ ਕਿ ਇਸ ਤੋਂ ਇਲਾਵਾ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇੱਕ ਮੀਟਿੰਗ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਸੂਬਾ ਸਰਕਾਰ ਦੇ ਵੱਲੋਂ ਵੀ ਇਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ। ਤਾਂ ਆਜ਼ਾਦੀ ਤੋਂ ਪਹਿਲਾਂ ਹਿੰਦੂਆਂ ਤੇ ਮੁਸਲਮਾਨਾਂ ਦੇ ਲਈ ਵੱਖਰੇ ਕਾਨੂੰਨ ਲਾਗੂ ਸਨ। ਔਰਤਾਂ ਸਭ ਤੋਂ ਪਹਿਲਾਂ ਇਸ ਦੇ ਖਿਲਾਫ ਖੜੀਆਂ ਹੋਈਆਂ ਸੀ। ਫਿਰ ਭਾਜਪਾ ਨੇ ਇਸ ਨੂੰ ਆਪਣੇ 3 ਮੁੱਖ ਮੁੱਦਿਆਂ ਦੇ ਵਿੱਚ ਸ਼ਾਮਲ ਕੀਤਾ। ਤਾਂ ਇਹ ਮੁੱਦਾ 2014 ਦੀਆਂ ਲੋਕ ਸਭਾ ਚੋਣਾਂ ਦੇ ਵੇਲੇ ਜਿਹੜਾ ਮਨੋਰਥ ਪੱਤਰ ਸੀ ਭਾਜਪਾ ਦਾ ਉਸ ਦੇ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਹੈ। ਜੇ ਉਦਾਹਰਨ ਦੇ ਕੇ ਸਮਝਾਇਆ ਜਾਵੇ ਤਾਂ ਮਿਹਨਤ ਅਤੇ ਮਿਹਨਤ ਦੋ ਅਲੱਗ ਸ਼ਬਦਾਂ ਦੇ ਵਿੱਚ ਜਿਹੜਾ ਅੰਤਰ ਹੁੰਦਾ ਨਾ ਦੋਵੇਂ ਸ਼ਬਦਾਂ ਦੇ ਵਿੱਚ, ਉਹੀ ਅੰਤਰ ਇਸ ਜਿਹੜਾ ਮਾਮਲੇ ਦੇ ਵਿੱਚ ਹੈ। ਇਹ ਤਾਂ ਸ਼ਾਹ ਨੇ ਬੰਗਾਲ ਨੂੰ ਜੋੜ ਕੇ ਇੱਕ ਉਦਾਹਰਨ ਦਿੱਤੀ ਹੈ, ਜਿੱਥੇ ਇੱਕ ਨੇਤਾ ਨੇ ਕਿਹਾ ਕਿ ਉਹ ਸੰਗਠਨ ਦੇ ਲਈ ਬਹੁਤ ਮਿਹਨਤ ਕਰ ਰਹੇ ਨੇ। ਹਰ ਰੋਜ਼ 12 ਘੰਟੇ ਸੰਸਦ ਮੈਂਬਰ ਮਾਪਦੰਡ ਦੇ ਤੌਰ ਤੇ 100 ਰੁਪਇਆ ਲੈ ਜਾਂਦੇ ਨੇ, ਪਰ ਉਹ ਨਹੀਂ ਮਿਲਦੇ। ਜਦੋਂ ਕਿ ਹੁਣ ਇਹ ਚਾਹੀਦਾ ਕਿ ਜੇਕਰ ਉਹ ਸਵੇਰੇ 7 ਵਜੇ ਉਹਨਾਂ ਦੇ ਘਰ ਪਹੁੰਚ ਜਾਣ ਤਾਂ ਉਹਨਾਂ ਨੂੰ ਪੈਸੇ ਮਿਲ ਜਾਣਗੇ। ਇਹੀ ਫਰਕ ਹੈ ਮਿਹਨਤ ਅਤੇ ਮਿਹਨਤ ਦੇ ਵਿੱਚ। ਮਿਹਨਤ ਅਤੇ ਮਿਹਨਤ ਦੇ ਵਿੱਚ ਫਰਕ, ਜਾਣੀ ਕਿ ਇੱਕ ਮਿਹਨਤ ਜਿਹੜੀ ਕੀਤੀ ਜਾਂਦੀ ਹੁੰਦੀ, ਉਸ ਤੋਂ ਬਾਅਦ ਮਿਹਨਤਾਨਾ ਜਿਹੜਾ ਉਹਦਾ ਮਿਲਦਾ। ਤੇ ਇਸ ਅੰਤਰ ਦੇ ਤੌਰ ਤੇ ਇਹ ਸਮਝਾਇਆ ਵੀ ਗਿਆ ਉਹਨਾਂ ਦੇ ਵੱਲੋਂ। ਤਾਂ ਉੜੀਸਾ ਦੇ ਸੂਬਾ ਪ੍ਰਧਾਨ ਨੂੰ ਜਦੋਂ ਕੌਮੀ ਪ੍ਰਧਾਨ ਦੇ ਵਜੋਂ ਬੂਥ ਦੀ ਤਾਕਤ ਬਾਰੇ ਦੱਸਿਆ ਗਿਆ ਤਾਂ ਲੋਕ ਪਿੱਠ ਪਿੱਛੇ ਹੱਸ ਪਏ। ਇਹ ਤਾਂ ਦੱਸ ਦਈਏ ਕਿ ਮੈਂ ਵੀ ਛੋਟੀ ਉਮਰ ਦੇ ਵਿੱਚ ਪ੍ਰਧਾਨ ਬਣ ਗਿਆ ਸੀ, ਅਜਿਹਾ ਕਹਿੰਦੇ ਵੀ ਸ਼ਾਹ ਨਜ਼ਰ ਆਏ ਸੀ। ਤੇ ਨਾਲ ਦੀ ਨਾਲ ਉਹਨਾਂ ਦਾ ਕਹਿਣਾ ਹੈ ਕਿ ਜਾਤੀਵਾਦ ਹੁਣ ਦੇਸ਼ ਦੀ ਅਸਲੀਅਤ ਹੈ, ਇਸ ਲਈ ਹਿਸਾਬ ਕਿਤਾਬ ਕਰਕੇ ਹਰ ਜਾਤ ਦੇ ਆਗੂਆਂ ਨੂੰ ਅਹੁਦਾ ਅਤੇ ਮਹੱਤਵ ਦੇਣਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਕਿ ਹਰ ਜਿਹੜਾ ਉਹ ਜਾਤੀ ਨੂੰ ਉੱਪਰ ਲੈ ਕੇ ਜਾਣਾ ਚਾਹੀਦਾ, ਇਕੱਠੇ ਲੈ ਕੇ ਚੱਲਣਾ ਚਾਹੀਦਾ ਹੈ। ਤਾਂ 2018 ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਹਾਰ ਗਈ ਸੀ, ਪਰ ਵੋਟ ਪ੍ਰਤੀਸ਼ਤ ਜ਼ਿਆਦਾ ਰਹੀ ਸੀ। ਗਲਤੀਆਂ ਤੋਂ ਸਿੱਖਣ ਦੀ ਲੋੜ ਆ, ਇਹ ਸਲਾਹ ਦਿੰਦੇ ਨਜ਼ਰ ਆਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਲੀਡਰਾਂ ਨੂੰ। ਤਾਂ ਤੁਹਾਨੂੰ ਦੱਸ ਦਈਏ ਜੇ ਹੁਣ ਮੁੜ ਤੋਂ ਗੱਲ ਜਿਹੜਾ ਕਾਮਨ ਮੁੱਦੇ ਦੀ ਕੀਤੀ ਜਾਵੇ ਤਾਂ ਦਰਅਸਲ ਕੀ ਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਜਲਦ ਦੇਸ਼ ਦੇ ਵਿੱਚ ਸਮਾਨ ਨਾਗਰਿਕਤਾ ਜਿਹੜਾ ਕਾਨੂੰਨ ਆ ਉਹ ਲਾਗੂ ਕੀਤਾ ਜਾ ਸਕਦਾ ਹੈ, ਜਿਸ ਦੇ ਨਾਲ ਸਮਾਨਤਾ ਜਿਹੜੀ ਉਹ ਹਰ ਇੱਕ ਨੂੰ ਮਿਲੇਗੀ। ਤਾਂ ਆਜ਼ਾਦੀ ਤੋਂ ਪਹਿਲਾਂ ਹਿੰਦੂ ਅਤੇ ਮੁਸਲਮਾਨਾਂ ਦੇ ਲਈ ਅਲੱਗ ਕਾਨੂੰਨ ਸੀ ਜਿਹੜੇ ਉਹ ਬਣਾਏ ਗਏ ਸੀ। ਇਸ ਤੋਂ ਸਭ ਤੋਂ ਪਹਿਲਾਂ ਔਰਤਾਂ ਇਸ ਦੇ ਖਿਲਾਫ ਖੜੀਆਂ ਸੀ। ਬੀਜੇਪੀ ਨੇ ਇਸ ਨੂੰ ਚੁਣਾਵੀ ਮੁੱਦਿਆਂ ਦੇ ਵਿੱਚ ਵੀ ਸ਼ਾਮਲ ਕੀਤਾ ਸੀ। 1985 ਦੇ ਵਿੱਚ ਸ਼ਾਹ ਬਣੋ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਸਮਾਨ ਨਾਗਰਿਕ ਸੰਹਿਤਾ ਦਾ ਰਾਸ਼ਟਰੀ ਏਕੀਕਰਨ ਦੇ ਲਈ ਮਜ਼ਬੂਤ ਬਣਾਇਆ ਸੀ। 1998 ਦੇ ਵਿੱਚ ਲੋਕ ਸਭਾ ਚੁਣਾਵ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੇ ਵੱਲੋਂ ਇਹ ਮੁੱਦਾ ਉਠਾਇਆ ਗਿਆ ਸੀ। ਇਹ ਤਾਂ ਦੱਸ ਦਈਏ ਕਿ 2014 ਦੇ ਲੋਕ ਸਭਾ ਚੁਣਾਵਾਂ ਦੇ ਵਿੱਚ ਆਪਣੇ ਮਨੋਰਥ ਪੱਤਰ ਦੇ ਵਿੱਚ ਬੀਜੇਪੀ ਦੇ ਵੱਲੋਂ ਇਸ ਨੂੰ ਸ਼ਾਮਲ ਕੀਤਾ ਗਿਆ ਸੀ। ਤਾਂ 5 ਸਾਲ ਬਾਅਦ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ 2019 ਦੇ ਵਿੱਚ, ਤਾਂ ਲੋਕ ਸਭਾ ਚੁਣਾਵ ਦੇ ਵਿੱਚ ਬੀਜੇਪੀ ਨੇ ਮੁੱਦਾ ਉਠਾਇਆ ਸੀ। ਉੱਤਰਾਖੰਡ ਵਿਧਾਨ ਸਭਾ ਚੁਣਾਵ ਦੇ ਵਿੱਚ ਜਿਹੜਾ ਪੁਸ਼ਕਰ ਸਿੰਘ ਧਾਮੀ ਨੇ ਇਸ ਮੁੱਦੇ ਨੂੰ ਲਾਗੂ ਕਰਨ ਦਾ ਐਲਾਨ ਤੱਕ ਕਰ ਦਿੱਤਾ ਸੀ। ਹੁਣ ਬੀਜੇਪੀ ਕਹਿ ਰਹੀ ਹੈ ਕਿ CAA ਰਾਮ ਮੰਦਿਰ ਤੇ ਧਾਰਾ 370 ਟ੍ਰਿਪਲ ਕਤਲ ਤੋਂ ਬਾਅਦ ਹੁਣ ਕਾਮਨ ਸਿਵਲ ਕੋਡ ਦੀ ਵਾਰੀ ਆ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਇਸ ਦੇ ਸੰਕੇਤ ਦਿੱਤੇ ਗਏ ਨੇ।